ਇਹ ਅੱਜ ਤੋਂ ਤਕਰੀਬਨ 20 ਸਾਲ ਹੋ ਗਏ। 20 ਸਾਲ ਪਹਿਲਾਂ ਮੈਂ ਇਸ ਕਲਾ ਦੀ ਸ਼ੁਰੂਆਤ ਕੀਤੀ, ਆਪਣੇ ਘਰ ਦਾ ਹੀ ਮਾਡਲ ਬਣਾ ਕੇ ਸ਼ੁਰੂਆਤ ਕੀਤੀ ਤੇ ਅੱਜ 21 ਸਾਲ ਹੋ ਗਏ। ਦੁਨੀਆ ਦੇ 7 ਅਜੂਬਿਆਂ ਦੇ ਮਾਡਲ ਹੋਣ, ਚਾਹੇ ਉਹ 10 ਪਾਤਸ਼ਾਹੀਆਂ ਦੇ ਜਨਮ ਸਥਾਨਾਂ ਦੇ ਮਾਡਲ ਹੋਣ, 5 ਤਖ਼ਤ ਸਾਹਿਬਾਨਾਂ ਦੇ ਮਾਡਲ, ਹੋਰ ਵੀ ਵਿਸ਼ਵ ਪ੍ਰਸਿੱਧ ਜੋ ਇਮਾਰਤਾਂ ਨੇ ਜੋ ਕਿ ਪੂਰੀ ਦੁਨੀਆ ਦੇ ਵਿੱਚ ਜਾਣੀਆਂ ਜਾਂਦੀਆਂ ਨੇ, ਉਹਨਾਂ ਦੇ ਮੈਂ ਮਾਡਲ ਤਿਆਰ ਕਰਕੇ ਦੇਸ਼ ਦੁਨੀਆ ਦੇ ਵਿੱਚ ਕਲਾ ਜਿਹੜੀ ਹੈ ਉਹਨੂੰ ਇੱਕ ਵੱਖਰੀ ਪਹਿਚਾਣ ਦਿਵਾਉਣ ਦੀ ਕੋਸ਼ਿਸ਼ ਕੀਤੀ। ਦੇਖੋ ਜੀ, ਇਹ ਸ਼ੁਰੂ ਦੇ ਵਿੱਚ ਜਦੋਂ ਮੈਂ ਯਤਨ ਕੀਤਾ ਸੀ ਪਹਿਲਾ ਮਾਡਲ ਬਣਾਉਣਾ, ਤੇ ਘਰ ਦੇ ਵਿੱਚ ਕੁਝ ਕਾਗਜ਼ਾਂ ਦੇ ਟੁਕੜੇ ਪਏ ਸੀਗੇ, ਵਿਆਹਾਂ ਦੇ ਜਿਹੜੇ ਕਾਰਡ ਹੁੰਦੇ ਖਾਕੀ ਗੱਤਿਆਂ ਵਾਲੇ ਜਾਂ ਕੁਝ ਕਾਪੀਆਂ ਦੇ ਗੱਤੇ ਇਕੱਠੇ ਕਰਕੇ ਮੈਂ ਇੱਕ ਮਾਡਲ ਬਣਾਇਆ। ਤੇ ਉਹ ਜਦੋਂ ਮੈਂ ਵੀ ਦੇਖਿਆ ਵੀ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਅੰਦਰ ਕੋਈ ਇਹੋ ਜਿਹੀ ਕਲਾ ਹੈਗੀ ਜਿਹੜੀ ਮੈਂ ਅੱਗੇ ਲੈ ਕੇ ਜਾ ਸਕਦਾ। ਜਦੋਂ ਸ਼ੁਰੂਆਤ ਇਸ ਕੰਮ ਦੀ ਕੀਤੀ ਸੀਗੀ, ਘਰ ਦੇ ਵਿੱਚ ਕਾਗਜ਼ਾਂ ਦੇ ਟੁਕੜੇ ਟੋਟੇ ਜਗ੍ਹਾ ਖਿਲਰੇ ਹੋਣੇ, ਕਟਿੰਗ ਕਰੀਦੀ ਸੀ ਜਦੋਂ, ਤੇ ਸਾਰਾ ਪਰਿਵਾਰ ਕਹਿੰਦਾ ਵੀ ਕੀ ਤੂੰ ਹਨਾ ਸਾਰਾ ਦਿਨ ਕੀ ਟੁਕੜੇ ਕਰਕੇ ਖਲੇਰਾ ਕਰ ਰੱਖਿਆ, ਤੇ ਛੱਡੋ ਇਸ ਕੰਮ ਨੂੰ। ਲੇਕਿਨ ਪਰਮਾਤਮਾ ਦੀ ਕਿਰਪਾ ਹੋਈ, ਗੁਰੂ ਰਾਮਦਾਸ ਜੀ ਦੀ ਨਜ਼ਰ ਹੋਈ ਤੇ ਇਸ ਕਲਾ ਨੂੰ ਜਦੋਂ ਪਹਿਚਾਣ ਮਿਲੀ, ਦੇਸ਼ ਦੁਨੀਆ ਦੇ ਵਿੱਚੋਂ ਫੋਨ ਕਾਲਸ ਆਉਣ ਲੱਗੇ, ਸੱਦੇ ਆਉਣ ਲੱਗੇ, ਬਾਹਰ ਮੁਲਕਾਂ ਦੇ ਵਿੱਚ ਘੁੰਮੇ ਫਿਰੇ ਤੇ ਵਰਲਡ ਰਿਕਾਰਡ ਮਿਲੇ, 17 ਵਰਲਡ ਰਿਕਾਰਡ, 7 ਨੈਸ਼ਨਲ ਰਿਕਾਰਡ ਪ੍ਰਾਪਤ ਹੋਏ। ਤੇ ਅੱਜ ਉਹੀ ਪਰਿਵਾਰ ਜਿਹੜਾ ਹੈ ਖੁਸ਼ੀਆਂ ਦੇ ਨਾਲ ਉਸ ਜਿਹੜੇ ਇਸ ਕਾਰਜ ਦੇ ਨੂੰ ਪ੍ਰਵਾਨਗੀ ਦਿੰਦਾ ਹੈ। ਬਹੁਤ ਮਾਣ ਮਹਿਸੂਸ ਕਰਦੇ ਮੇਰੇ ਮਾਤਾ ਪਿਤਾ, ਮੇਰਾ ਪਰਿਵਾਰ, ਮੇਰੇ ਬੱਚੇ, ਮੇਰੀ ਧਰਮ ਪਤਨੀ। ਜਿਹੜਾ ਸ੍ਰੀ ਦਰਬਾਰ ਸਾਹਿਬ ਜੀ ਦੇ 2 ਮਾਡਲ ਤੁਸੀਂ ਦੇਖੇ ਹੁਣੇ ਸਕਰੀਨ ਦੇ ਉੱਤੇ, ਕਿ ਇੱਕ ਉਹ ਮਾਡਲ ਹੈ ਜਿਹੜਾ ਕਿ ਤਕਰੀਬਨ 400 ਸਾਲ ਪੁਰਾਣੀ ਜੋ ਪੁਰਾਤਨ ਦਿੱਖ ਨੂੰ ਦਰਸਾਉਂਦਾ ਹੈ, ਜਦੋਂ ਸੋਨਾ ਦੀ ਸੇਵਾ ਅਜੇ ਨਹੀਂ ਹੋਈ ਸੀ, ਮਹਾਰਾਜਾ ਰਣਜੀਤ ਸਿੰਘ ਜੀ ਦੀ ਸੋਨੇ ਦੀ ਸੇਵਾ ਕਰਾਉਣ ਤੋਂ ਪਹਿਲਾਂ ਦਾ ਜੋ ਕੱਚੀ ਪਰਿਕਰਮਾ ਵਾਲਾ ਸ੍ਰੀ ਦਰਬਾਰ ਸਾਹਿਬ ਦਾ ਮਾਡਲ, ਇੱਕ ਜੋ ਅਜੋਕੇ ਸਮੇਂ ਦੇ ਵਿੱਚ ਮੌਜੂਦਾ ਜੋ ਸ੍ਰੀ ਦਰਬਾਰ ਸਾਹਿਬ। ਇਸ ਤਰ੍ਹਾਂ ਦੇ ਕਾਫੀ ਸਾਰੇ ਮਾਡਲ, ਪੰਜਾ ਸਾਹਿਬ, ਸ੍ਰੀ ਨਨਕਾਣਾ ਸਾਹਿਬ ਜੀ, ਸ੍ਰੀ ਕਰਤਾਰਪੁਰ ਸਾਹਿਬ ਜੀ, ਪਾਕਿਸਤਾਨ ਦੇ ਗੁਰਦੁਆਰਿਆਂ ਦੇ ਨਾਲ ਹੋਰ ਬਹੁਤ ਸਾਰੇ ਗੁਰਦੁਆਰਿਆਂ ਦੇ ਮਾਡਲ, ਜਿਹੜੇ ਜੂਨ 1984 ਵਾਲਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਮਾਡਲ, ਇਹ ਸਾਰੇ ਮੈਂ ਮਾਡਲ ਬਣਾ ਕੇ ਦੇਸ਼ ਦੁਨੀਆ ਦੀਆਂ ਸੰਗਤਾਂ ਦੇ ਸਨਮੁਖ ਲੈ ਕੇ ਆਇਆ। ਸ਼੍ਰੀ ਦਰਬਾਰ ਸਾਹਿਬ ਜੀ ਦਾ ਡਿਟੇਲ ਮਾਡਲ ਮੈਂ ਸਭ ਤੋਂ ਪਹਿਲਾਂ 2012 ਦੇ ਵਿੱਚ ਬਣਾਇਆ ਸੀ, ਜਿਹੜੀ ਕਿ ਮੇਰੀ ਤਸਵੀਰ ਕਰੋੜਾਂ ਦੇ ਹਿਸਾਬ ਨਾਲ, ਮਿਲੀਅਨਸ ਦੇ ਵਿੱਚ ਲੋਕਾਂ ਵੱਲੋਂ ਪਸੰਦ ਕੀਤੀ ਗਈ। ਵੀਡੀਓ ਸ਼ੇਅਰ ਹੋਏ, ਫੋਟੋਆਂ ਫੇਸਬੁੱਕ ਤੇ ਇੰਸਟਾ ਤੇ ਅੱਜ ਵੀ ਲੋਕ ਸ਼ੇਅਰ ਕਰਦੇ ਆ। ਉਹ ਸ਼੍ਰੀ ਦਰਬਾਰ ਸਾਹਿਬ ਜੀ ਦੇ ਮਾਡਲ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਮੈਨੂੰ ਪਛਾਣ ਮਿਲੀ, ਤੇ ਸੱਦੇ ਪੱਤਰ ਵੀ ਮੈਨੂੰ ਦੁਨੀਆ ਭਰ ਤੋਂ ਉਸ ਮਾਡਲ ਨੂੰ ਬਣਾਉਣ ਤੋਂ ਬਾਅਦ ਹੀ। ਸਿੰਗਾਪੁਰ ਦੇ ਵਿੱਚ, ਮਲੇਸ਼ੀਆ ਦੇ ਵਿੱਚ, ਜਰਮਨੀ, ਇਟਲੀ, ਇੰਗਲੈਂਡ, ਕੈਨੇਡਾ ਦੇ ਵਿੱਚ, ਵੱਖ-ਵੱਖ ਮੁਲਕਾਂ ਦੇ ਵਿੱਚ ਕਈ ਵਾਰੀ ਜਾ ਕੇ ਉੱਥੇ ਜਿੱਥੇ ਅਸੀਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੀਦਾ, ਧਾਰਮਿਕ ਸਥਾਨਾਂ ਦੇ ਮਾਡਲਾਂ ਦੀ ਪ੍ਰਦਰਸ਼ਨੀਆਂ ਲਾਈਦੀਆਂ ਦੇ ਨਾਲ ਇਤਿਹਾਸ ਦਿਖਾਈਦਾ। ਸੋਚਿਆ ਤਾਂ ਨਹੀਂ ਸੀਗਾ, ਕਦੇ ਇਹ ਵੀ ਨਹੀਂ ਸੋਚਿਆ ਸੀ ਕਦੇ ਕਿਸੇ ਮੁਲਕ ਦੇ ਵਿੱਚ ਜਾਵਾਂਗੇ, ਲੇਕਿਨ ਪਰਮਾਤਮਾ ਦੀ ਜਦੋਂ ਨਜ਼ਰ ਸਵੱਲੀ ਹੋ ਜਾਵੇ, ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਦਾ ਮਾਡਲ ਬਣਾਉਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਐਸੀ ਬਾਂਹ ਪਕੜੀ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਸੱਦੇ ਪੱਤਰ ਆਉਂਦੇ ਨੇ, ਸੰਗਤਾਂ ਬਹੁਤ ਅਦਬ ਸਤਿਕਾਰ ਸਹਿਤ, ਮਾਣ ਸਤਿਕਾਰ ਸਹਿਤ ਬੁਲਾਉਂਦੀਆਂ ਨੇ। ਸ੍ਰੀ ਆਨੰਦਗੜ੍ਹ ਸਾਹਿਬ ਜੀ ਦਾ ਜੋ ਕਿਲ੍ਹਾ ਹੈ, ਡਿਟੇਲ ਮਾਡਲ ਬਣਾ ਕੇ ਦਿੱਤਾ, ਜੋ ਕਿ ਪਹਿਲਾਂ ਇੰਡੀਆ ਦੇ ਵਿੱਚ ਵੱਖ-ਵੱਖ ਸਥਾਨਾਂ ਤੇ ਉਹਦੀਆਂ ਪ੍ਰਦਰਸ਼ਨੀਆਂ ਲਾਈਆਂ ਜਾਣਗੀਆਂ। ਉਸ ਤੋਂ ਬਾਅਦ ਸ੍ਰੀ ਆਨੰਦਗੜ੍ਹ ਸਾਹਿਬ ਜੀ ਦਾ ਡਿਟੇਲ ਮਾਡਲ ਜੋ ਹੈ ਉਹ ਆਸਟ੍ਰੇਲੀਆ ਦੇ ਵਿੱਚ ਵੀ ਭੇਜਿਆ ਜਾਏਗਾ। ਬੱਚੇ ਦੀ ਇਹ ਪੁਕਾਰ ਹੈ ਕਿ ਜੋ ਦੇਸ਼ ਦੇ ਵਿੱਚ ਤਾਨਾਸ਼ਾਹੀ ਰਵੱਈਆ ਚੱਲ ਰਿਹਾ ਸਰਕਾਰਾਂ ਦਾ, ਇਸ ਤੋਂ ਸਰਕਾਰਾਂ ਨੂੰ ਬਾਜ਼ ਆਉਣਾ ਚਾਹੀਦਾ ਹੈ। ਜਿਹੜੇ ਕਾਲੇ ਕਾਨੂੰਨ ਸਾਨੂੰ ਥੋਪੇ ਗਏ, ਇਹ ਜਿਹੜੇ ਹੈਗੇ ਆ ਰੱਦ ਹੋਣੇ ਚਾਹੀਦੇ ਆ, ਤਾਂ ਕਿ ਸਾਡੇ ਪੰਜਾਬੀ, ਸਾਡੇ ਹਰਿਆਣਵੀ, ਸਾਡੇ ਇੰਡੀਅਨਸ ਜਿਹੜੇ ਉੱਥੇ
ਬਾਰਡਰਾਂ ਤੇ ਜੂਝ ਰਹੇ ਉਹ ਲੋਕ ਨੇ ਜਿਹੜੇ ਦੇਸ਼ ਦੇ ਅੰਨਦਾਤੇ ਨੇ। ਮੈਂ ਸੰਗਤਾਂ ਨੂੰ ਇਹ ਬੇਨਤੀ ਕਰਨਾ ਚਾਹੂੰਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ, ਅਗਰ ਦੇਸ਼ ਦੁਨੀਆ ਦੇ ਵਿੱਚ ਕਿਸੇ ਵੀ ਥਾਂ ਤੇ ਕੋਈ ਹਾਲ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਜੀ ਦਾ ਜਾਂ ਕੋਈ ਵੀ ਮਾਡਲ ਕਿਸੇ ਵੀ ਮਟੀਰੀਅਲ ਦੇ ਵਿੱਚ, ਚਾਹੇ ਉਹ ਫਾਈਬਰ ਦੇ ਵਿੱਚ ਹੋਵੇ, ਵੁਡਨ ਦੇ ਵਿੱਚ ਹੋਵੇ ਜਾਂ 골ਡ ਪਲੇਟਡ ਹੋਵੇ, ਕਿਸੇ ਵੀ ਮਟੀਰੀਅਲ ਦੇ ਵਿੱਚ ਤੁਹਾਨੂੰ ਚਾਹੀਦਾ ਹੋਵੇ ਤੇ ਅਸੀਂ ਬਣਾ ਕੇ ਭੇਜੀਦੇ ਆ। ਜਾਂ ਦੇਸ਼ ਦੁਨੀਆ ਦੇ ਵਿੱਚ ਕਿਤੇ ਵੀ ਵੱਡੇ ਆਕਾਰ ਦਾ ਬਣਾਉਣਾ ਹੋਵੇ ਤੇ ਅਸੀਂ ਆ ਕੇ ਉੱਥੇ ਬਣਾ ਕੇ ਦੇਈਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ। ਮੈਂ ਹਾਂ ਗੁਰਮੀਤ ਰਾਜਾ ਅੰਮ੍ਰਿਤਸਰ ਤੋਂ। ਦੋਸਤੋ, ਪੇਪਰ ਨਾਲ ਤੁਸੀਂ ਵੱਖ-ਵੱਖ ਕਲਾਕ੍ਰਿਤੀਆਂ ਦੀ ਬਣਦੀਆਂ ਦੇਖੀਆਂ ਹੋਗੀਆਂ, ਲੇਕਿਨ ਕੀ ਤੁਸੀਂ ਜਾਣਦੇ ਹੋ ਕਿ ਇੱਕੋ ਕਮਰੇ ਦੇ ਵਿੱਚ ਦੁਨੀਆ ਦੇ 7 ਅਜੂਬੇ ਜਿਹੜੇ ਬਣਾਏ ਗਏ ਆ ਔਰ ਬਹੁਤ ਵਧੀਆ ਤਰੀਕੇ ਨਾਲ ਬਣਾਏ ਹੈਗੇ। ਤੁਹਾਨੂੰ ਕਿਸੇ ਨੇ ਸ਼ਖਸ ਨਾਲ ਮਿਲਾਉਣ ਜਾ ਰਹੇ ਜਿਹੜੇ ਕਿ ਪੇਪਰ ਆਰਟਿਸਟ ਜਿਹੜੇ ਹੈਗੇ ਨੇ ਔਰ ਵਰਲਡ ਫੇਮਸ ਹੈਗੇ ਨੇ, ਸਰਦਾਰ ਗੁਰਪ੍ਰੀਤ ਸਿੰਘ ਨਾਲ ਮਿਲਾਉਣ ਜਾ ਰਹੇ ਆ ਔਰ ਉਹਨਾਂ ਦੀ ਕਲਾ ਵੀ ਦਿਖਾਵਾਂਗੇ। ਜਿਹੜੀ ਕਲਾ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਇੱਕ ਪੇਪਰ ਦੇ ਨਾਲ ਦੁਨੀਆ ਦੇ 7 ਅਜੂਬੇ ਜਿਹੜੇ ਉਹ ਇੱਕ ਹੀ ਕਮਰੇ ਦੇ ਵਿੱਚ ਬੈਠ ਕੇ ਉਹ ਬਣਾਏ ਗਏ ਹੈਗੇ ਆ। ਗੱਲਬਾਤ ਕਰਦੇ ਆ ਸਰਦਾਰ ਗੁਰਪ੍ਰੀਤ ਸਿੰਘ ਜੀ ਨਾਲ ਔਰ ਉਹਨਾਂ ਕੋਲ ਜਾਣਦੇ ਆ ਜੀ ਕਿ ਜਿਹੜੀ ਕਲਾ ਹੈਗੀ ਆ ਕਿਸ ਤਰ੍ਹਾਂ ਇਹਨਾਂ ਦਾ ਧਿਆਨ ਇਸ ਪਾਸੇ ਆਇਆ ਔਰ ਕਿੰਨੇ ਚਿਰ ਤੋਂ ਕਰਦੇ ਪਏ ਆ। ਸਤਿ ਸ਼੍ਰੀ ਅਕਾਲ ਭਾਜੀ, ਸਾਂਝਾ ਪੰਜਾਬ ਟੀਵੀ ਮੈਂ ਤੁਹਾਡਾ ਸਵਾਗਤ ਕਰਦਾ ਜੀ। ਬਹੁਤ ਬਹੁਤ ਧੰਨਵਾਦ ਜੀ, ਤੇ ਤੁਹਾਡੀ ਸਾਰੀ ਟੀਮ ਦਾ ਵੀ ਜਿਹੜੇ ਕਿ ਉਚੇਚੇ ਤੌਰ ਤੇ ਅੱਜ ਇੱਥੇ ਹਾਜ਼ਰ ਹੋਏ ਜੀ। ਸਰਦਾਰ ਗੁਰਪ੍ਰੀਤ ਸਿੰਘ ਜੀ, ਸਭ ਤੋਂ ਪਹਿਲਾਂ ਦੱਸੋ ਜੀ, ਇਹ ਜਿਹੜੀ ਕਲਾ ਹੈਗੀ ਆ ਇਹ ਕੀ ਚੀਜ਼ ਹੈਗੀ, ਇਹਦੀ ਕਿਸ ਤਰ੍ਹਾਂ ਚੀਜ਼ ਬਣਦੀ ਹੈ ਜੀ ਜਿਹੜੀ ਤੁਸੀਂ ਇਹ ਬਣਾਈਆਂ ਔਰ ਕੀ ਕੀ ਬਣਾਈਆਂ ਆ? ਇਹ ਅੱਜ ਤੋਂ ਤਕਰੀਬਨ 20 ਸਾਲ ਹੋ ਗਏ। 20 ਸਾਲ ਪਹਿਲਾਂ ਮੈਂ ਇਸ ਕਲਾ ਦੀ ਸ਼ੁਰੂਆਤ ਕੀਤੀ, ਆਪਣੇ ਘਰ ਦਾ ਹੀ ਮਾਡਲ ਬਣਾ ਕੇ ਸ਼ੁਰੂਆਤ ਕੀਤੀ, ਤੇ ਅੱਜ 21 ਸਾਲ ਹੋ ਗਏ। ਦੁਨੀਆ ਦੇ 7 ਅਜੂਬਿਆਂ ਦੇ ਮਾਡਲ ਹੋਣ, ਚਾਹੇ ਉਹ 10 ਪਾਤਸ਼ਾਹੀਆਂ ਦੇ ਜਨਮ ਸਥਾਨਾਂ ਦੇ ਮਾਡਲ ਹੋਣ, 5 ਤਖਤ ਸਾਹਿਬਾਨਾਂ ਦੇ ਮਾਡਲ, ਹੋਰ ਵੀ ਵਿਸ਼ਵ ਪ੍ਰਸਿੱਧ ਜੋ ਇਮਾਰਤਾਂ ਨੇ ਜੋ ਕਿ ਪੂਰੀ ਦੁਨੀਆ ਦੇ ਵਿੱਚ ਜਾਣੀਆਂ ਜਾਂਦੀਆਂ ਨੇ, ਉਹਨਾਂ ਦੇ ਮੈਂ ਮਾਡਲ ਤਿਆਰ ਕਰਕੇ ਦੇਸ਼ ਦੁਨੀਆ ਦੇ ਵਿੱਚ ਕਲਾ ਜਿਹੜੀ ਹੈ ਉਹਨੂੰ ਇੱਕ ਵੱਖਰੀ ਪਹਿਚਾਣ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ। ਕਿੰਨੇ ਚਿਰ ਤੋਂ ਤੁਸੀਂ ਇਹ ਕੰਮ ਕਰਦੇ ਪਏ ਜੀ ਵੀਰ ਜੀ? ਮੈਨੂੰ ਤਕਰੀਬਨ 21 ਸਾਲ ਹੋ ਗਏ ਤੇ ਮੈਂ ਲਗਾਤਾਰ ਇਸ ਕਾਰਜ ਦੇ ਨਾਲ ਜੁੜਿਆ ਹੋਇਆ ਹਾਂ। ਵੈਸੇ ਤਾਂ ਦੇਖਿਆ ਜਾਂਦੀ ਜਿਹੜੀ ਕਲਾ ਹੈਗੀ ਆ ਅਲੱਗ-ਅਲੱਗ ਤਰੀਕੇ ਨਾਲ ਬਣਾਈ ਜਾਂਦੀ ਗਈ, ਚਾਹੇ ਕੋਈ ਲੱਕੜ ਦੇ ਨਾਲ ਵੀ ਹੁੰਦੀ ਹੈ ਜਾਂ ਕਿਸੇ ਨੇ ਆਪੋ ਆਪਣੇ ਤਰੀਕੇ ਨਾਲ ਬਣਾਈ। ਤੁਸੀਂ ਪੇਪਰ ਨੂੰ ਹੀ ਕਿਉਂ ਚੁਣਿਆ ਵੀ ਜੀ? ਦੇਖੋ ਜੀ, ਇਹ ਸ਼ੁਰੂ ਦੇ ਵਿੱਚ ਜਦੋਂ ਮੈਂ ਯਤਨ ਕੀਤਾ ਸੀ ਪਹਿਲਾ ਮਾਡਲ ਬਣਾਉਣਾ, ਤੇ ਘਰ ਦੇ ਵਿੱਚ ਕੁਝ ਕਾਗਜ਼ਾਂ ਦੇ ਟੁਕੜੇ ਪਏ ਸੀਗੇ, ਵਿਆਹਾਂ ਦੇ ਜਿਹੜੇ ਕਾਰਡ ਹੁੰਦੇ ਖਾਕੀ ਗੱਤਿਆਂ ਵਾਲੇ ਜਾਂ ਕੁਝ ਕਾਪੀਆਂ ਦੇ ਗੱਤੇ ਇਕੱਠੇ ਕਰਕੇ ਮੈਂ ਇੱਕ ਮਾਡਲ ਬਣਾਇਆ। ਤੇ ਉਹ ਜਦੋਂ ਮੈਂ ਵੀ ਦੇਖਿਆ ਵੀ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਅੰਦਰ ਕੋਈ ਇਹੋ ਜਿਹੀ ਕਲਾ ਹੈਗੀ ਜਿਹੜੀ ਮੈਂ ਅੱਗੇ ਲੈ ਕੇ ਜਾ ਸਕਦਾ, ਤੇ ਮੈਂ ਸ਼ੁਰੂਆਤ ਕੀਤੀ ਤੇ ਮੈਂ ਉਹ ਮਾਡਲ ਬਣਾਇਆ। ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਉਸ ਕੰਮ ਦੇ ਵਿੱਚ ਨਿਖਾਰ ਆਉਂਦਾ ਗਿਆ, ਦੁਨੀਆ ਦੇ 7 ਅਜੂਬਿਆਂ ਦੇ ਮਾਡਲ ਜਿਹੜੇ ਤੁਸੀਂ ਹੁਣੇ ਦੇਖ ਰਹੇ ਸੀਗੇ ਉਹ ਵੀ ਬਣਾਏ। ਦ ਗ੍ਰੇਟ ਵਾਲ ਆਫ ਚਾਈਨਾ, ਸਟੈਚੂ ਆਫ ਲਿਬਰਟੀ, ਐਫਲ ਟਾਵਰ ਦਾ ਮਾਡਲ, ਤਾਜ ਮਹਿਲ ਦਾ ਮਾਡਲ, ਟਾਵਰ ਬ੍ਰਿਜ ਆਫ ਲੰਡਨ, ਲੀਨਿੰਗ ਟਾਵਰ ਆਫ ਪੀਸਾ, ਹਾਰਬਰ ਬ੍ਰਿਜ ਜੋ ਸਿਡਨੀ ਦਾ, ਇਹ ਦੁਨੀਆ ਦੇ 7 ਜਿਹੜੇ ਵਿਸ਼ਵ ਪ੍ਰਸਿੱਧ ਜੋ ਇਮਾਰਤਾਂ ਨੇ ਇਸ ਤਰ੍ਹਾਂ ਦੇ ਮੈਂ ਮਾਡਲ ਬਣਾਏ। ਵਾਈਟ ਹਾਊਸ ਦਾ ਰੈਪਲੀਕਾ ਬਣਾਇਆ, CN ਟਾਵਰ ਬਣਾਇਆ। ਤੇ ਜਿਵੇਂ ਜਿਵੇਂ ਮੈਂ ਕਲਾਕ੍ਰਿਤਾਂ ਦੇ ਨਾਲ ਜੁੜਦਾ ਗਿਆ, ਬਣਾਉਂਦਾ ਗਿਆ, ਤੇ ਹੱਥ ਦੇ ਵਿੱਚ ਹੋਰ ਜ਼ਿਆਦਾ ਫਿਨਿਸ਼ਿੰਗ ਹੁੰਦੀ ਗਈ, ਨਿਖਾਰ ਹੁੰਦਾ ਗਿਆ, ਤੇ ਅੱਜ ਤੱਕ ਉਹ ਸਫ਼ਰ ਜਾਰੀ ਹੈ। ਤਕਰੀਬਨ ਅਸੀਂ ਦੇਖ ਰਹੇ ਹਾਂ ਬਹੁਤ ਸਾਰੇ ਮਾਡਲ ਬਣੇ ਹੋਏ ਆ, ਲੇਕਿਨ ਜਿਸ ਤਰ੍ਹਾਂ ਆਪਾਂ ਸ੍ਰੀ ਗੋਲਡਨ ਟੈਂਪਲ ਦਾ ਮਾਡਲ ਵੀ ਦੇਖ ਰਹੇ ਹਾਂ ਜਿਹੜਾ ਤੁਸੀਂ ਪੇਪਰ ਦੇ ਨਾਲ ਬਣਾਇਆ ਹੈਗਾ, ਇਹਨੂੰ ਕਿੰਨਾ ਕੁ ਟਾਈਮ ਲੱਗਦਾ ਜੀ ਬਣਾਉਣ ਲੱਗਿਆ ਔਰ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਹੈ ਜੀ? ਇੱਕ ਮਾਡਲ ਨੂੰ ਬਣਾਉਣ 'ਚ ਤਕਰੀਬਨ 1.5-2 ਮਹੀਨਿਆਂ ਦਾ ਸਮਾਂ ਮਿਨੀਮਮ ਲੱਗ ਹੀ ਜਾਂਦਾ। ਤੇ ਜਿਹੜਾ ਸ੍ਰੀ ਦਰਬਾਰ ਸਾਹਿਬ ਜੀ ਦੇ 2 ਮਾਡਲ ਤੁਸੀਂ ਦੇਖੇ ਹੁਣੇ ਸਕਰੀਨ ਦੇ ਉੱਤੇ, ਕਿ ਇੱਕ ਉਹ ਮਾਡਲ ਹੈ ਜਿਹੜਾ ਕਿ ਤਕਰੀਬਨ 400 ਸਾਲ ਪੁਰਾਣੀ ਜੋ ਪੁਰਾਤਨ ਦਿੱਖ ਨੂੰ ਦਰਸਾਉਂਦਾ ਹੈ, ਜਦੋਂ ਸੋਨਾ ਦੀ ਸੇਵਾ ਅਜੇ ਨਹੀਂ ਹੋਈ ਸੀ, ਮਹਾਰਾਜਾ ਰਣਜੀਤ ਸਿੰਘ ਜੀ ਦੀ ਸੋਨੇ ਦੀ ਸੇਵਾ ਕਰਾਉਣ ਤੋਂ ਪਹਿਲਾਂ ਦਾ ਜੋ ਕੱਚੀ ਪਰਿਕਰਮਾ ਵਾਲਾ ਸ੍ਰੀ ਦਰਬਾਰ ਸਾਹਿਬ ਦਾ ਮਾਡਲ, ਇੱਕ ਜੋ ਅਜੋਕੇ ਸਮੇਂ ਦੇ ਵਿੱਚ ਮੌਜੂਦਾ ਜੋ ਸ੍ਰੀ ਦਰਬਾਰ ਸਾਹਿਬ ਹੈ। ਇਸ ਤਰ੍ਹਾਂ ਦੇ ਕਾਫੀ ਸਾਰੇ ਮਾਡਲ, ਪੰਜਾ ਸਾਹਿਬ, ਸ੍ਰੀ ਨਨਕਾਣਾ ਸਾਹਿਬ ਜੀ, ਸ੍ਰੀ ਕਰਤਾਰਪੁਰ ਸਾਹਿਬ ਜੀ, ਪਾਕਿਸਤਾਨ ਦੇ ਗੁਰਦੁਆਰਿਆਂ ਦੇ ਨਾਲ ਨਾਲ ਹੋਰ ਬਹੁਤ ਸਾਰੇ ਗੁਰਦੁਆਰਿਆਂ ਦੇ ਮਾਡਲ, ਜਿਹੜੇ ਜੂਨ 1984 ਵਾਲਾ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਮਾਡਲ, ਇਹ ਸਾਰੇ ਮੈਂ ਮਾਡਲ ਬਣਾ ਕੇ ਦੇਸ਼ ਦੁਨੀਆ ਦੀਆਂ ਸੰਗਤਾਂ ਦੇ ਸਨਮੁਖ ਲੈ ਕੇ ਆਇਆ। ਵੀਰ ਜੀ, ਜਦੋਂ ਨਵਾਂ ਤੁਸੀਂ ਕੰਮ ਸ਼ੁਰੂ ਕੀਤਾ ਹੋਵੇ ਕਾਫੀ ਮੁਸ਼ਕਲਾਂ ਵੀ ਆਉਂਦੀਆਂ ਹੋਗੀਆਂ, ਲੇਕਿਨ ਹੌਲੀ ਹੌਲੀ ਤੁਹਾਡਾ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਹੱਥ ਵੀ ਸਾਫ਼ ਹੁੰਦਾ ਰਿਹਾ। ਲੇਕਿਨ ਪਰਿਵਾਰ ਦੀ ਜੇ ਗੱਲ ਕਰੀਏ ਤਾਂ ਪਰਿਵਾਰ ਦੀ ਕਿਸ ਤਰ੍ਹਾਂ ਸਹਿਯੋਗ ਤੁਹਾਨੂੰ ਮਿਲਿਆ, ਕਿਉਂਕਿ ਇਹ ਵਿਲੱਖਣ ਜਿਹਾ ਕੰਮ ਤੁਸੀਂ ਸ਼ੁਰੂ ਕੀਤਾ। ਕਈ ਵਾਰੀ ਘਰ ਵਿੱਚ ਹੁੰਦਾ ਕਿ ਪਰਿਵਾਰਕ ਮੈਂਬਰ ਕਹਿੰਦੇ ਕਿ ਕੀ ਕੰਮ ਕਰਦੇ ਪਏ ਹੋ, ਇੰਨਾ ਕੀ ਹੋਏਗਾ ਵਗੈਰਾ, ਇਸ ਤਰ੍ਹਾਂ ਦੀ ਕੋਈ ਮੁਸ਼ਕਲਾਂ ਤਾਂ ਆਈਆਂ ਹੋਣਗੀਆਂ?
ਇਸ ਤਰ੍ਹਾਂ ਜੀ ਜਦੋਂ ਸ਼ੁਰੂਆਤ ਇਸ ਕੰਮ ਦੀ ਕੀਤੀ ਸੀਗੀ, ਘਰ ਦੇ ਵਿੱਚ ਕਾਗਜ਼ਾਂ ਦੇ ਟੁਕੜੇ ਟੁਕੜੇ ਟੋਟੇ ਟੋਟੇ ਜਗ੍ਹਾ ਜਗ੍ਹਾ ਖਿਲਰੇ ਹੋਣੇ, ਕਟਿੰਗ ਕਰੀਦੀ ਸੀ ਜਦੋਂ, ਤੇ ਸਾਰਾ ਪਰਿਵਾਰ ਕਹਿੰਦਾ ਵੀ ਕੀ ਤੂੰ ਸਾਰਾ ਦਿਨ ਨੂੰ ਕੀ ਟੁਕੜੇ ਟੁਕੜੇ ਕਰਕੇ ਖਲੇਰਾ ਕਰ ਰੱਖਿਆ, ਤੇ ਛੱਡੋ ਇਸ ਕੰਮ ਨੂੰ। ਲੇਕਿਨ ਪਰਮਾਤਮਾ ਦੀ ਕਿਰਪਾ ਹੋਈ, ਗੁਰੂ ਰਾਮਦਾਸ ਜੀ ਦੀ ਨਜ਼ਰ ਹੋਈ, ਤੇ ਇਸ ਕਲਾ ਨੂੰ ਜਦੋਂ ਪਹਿਚਾਣ ਮਿਲੀ, ਦੇਸ਼ ਦੁਨੀਆ ਦੇ ਵਿੱਚੋਂ ਫੋਨ ਕਾਲਸ ਆਉਣ ਲੱਗੇ, ਸੱਦੇ ਆਉਣ ਲੱਗੇ, ਬਾਹਰ ਮੁਲਕਾਂ ਦੇ ਵਿੱਚ ਘੁੰਮੇ ਫਿਰੇ, ਤੇ ਵਰਲਡ ਰਿਕਾਰਡ ਮਿਲੇ, 17 ਵਰਲਡ ਰਿਕਾਰਡ, 7 ਨੈਸ਼ਨਲ ਰਿਕਾਰਡ ਪ੍ਰਾਪਤ ਹੋਏ, ਤੇ ਅੱਜ ਉਹੀ ਪਰਿਵਾਰ ਜਿਹੜਾ ਹੈ ਖੁਸ਼ੀਆਂ ਦੇ ਨਾਲ ਉਸ ਜਿਹੜੇ ਇਸ ਕਾਰਜ ਦੇ ਨੂੰ ਪ੍ਰਵਾਨਗੀ ਦਿੰਦਾ ਹੈ। ਬਹੁਤ ਮਾਣ ਮਹਿਸੂਸ ਕਰਦੇ ਮੇਰੇ ਮਾਤਾ ਪਿਤਾ, ਮੇਰਾ ਪਰਿਵਾਰ, ਮੇਰੇ ਬੱਚੇ, ਮੇਰੀ ਧਰਮ ਪਤਨੀ, ਤੇ ਮੈਨੂੰ ਵੀ ਚੰਗਾ ਲੱਗਦਾ ਕਿ ਇਹ ਜਿਹੜੀ ਕਲਾ ਹੈਗੀ, ਜਿਹੜਾ ਮੇਰਾ ਡ੍ਰੀਮ ਸੀਗਾ ਇਸ ਕਲਾ ਨੂੰ ਅੱਗੇ ਲੈ ਕੇ ਜਾਣਾ, ਉਹ ਅੱਜ ਦੇਸ਼ ਦੁਨੀਆ ਦੇ ਵਿੱਚ ਜਿੱਥੇ ਦੁਨੀਆ ਪਸੰਦ ਕਰ ਰਹੀ ਹੈ, ਮੇਰਾ ਪਰਿਵਾਰ ਵੀ ਪਸੰਦ ਕਰਕੇ ਸਹਿਯੋਗ ਨਾਲ ਕਰਦਾ। ਤੁਸੀਂ ਦੱਸ ਰਹੇ ਹੋ ਤਕਰੀਬਨ 20-21 ਸਾਲ ਇਸ ਕੰਮ ਦੇ ਵਿੱਚ ਹੋ ਗਏ, ਲੇਕਿਨ ਤੁਹਾਡੀ ਮਿਹਨਤ ਨੂੰ ਕਿਹੜੇ ਸੰਨ ਦੇ ਵਿੱਚ ਬੂਰ ਪਿਆ ਔਰ ਕਦੋਂ ਤੁਸੀਂ ਫੇਮਸ ਹੋਣਾ ਸ਼ੁਰੂ ਹੋਏ ਸੀ? ਸ਼੍ਰੀ ਦਰਬਾਰ ਸਾਹਿਬ ਜੀ ਦਾ ਡਿਟੇਲ ਮਾਡਲ ਮੈਂ ਸਭ ਤੋਂ ਪਹਿਲਾਂ 2012 ਦੇ ਵਿੱਚ ਬਣਾਇਆ ਸੀ, ਜਿਹੜੀ ਕਿ ਮੇਰੀ ਤਸਵੀਰ ਕਰੋੜਾਂ ਦੇ ਹਿਸਾਬ ਨਾਲ, ਮਿਲੀਅਨਸ ਦੇ ਵਿੱਚ ਲੋਕਾਂ ਵੱਲੋਂ ਪਸੰਦ ਕੀਤੀ ਗਈ। ਵੀਡੀਓ ਸ਼ੇਅਰ ਹੋਏ, ਫੋਟੋਆਂ ਫੇਸਬੁੱਕ ਤੇ ਇੰਸਟਾ ਤੇ ਅੱਜ ਵੀ ਲੋਕ ਸ਼ੇਅਰ ਕਰਦੇ ਆ। ਉਹ ਸ਼੍ਰੀ ਦਰਬਾਰ ਸਾਹਿਬ ਜੀ ਦੇ ਮਾਡਲ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਮੈਨੂੰ ਪਛਾਣ ਮਿਲੀ, ਤੇ ਸੱਦੇ ਪੱਤਰ ਵੀ ਮੈਨੂੰ ਦੁਨੀਆ ਭਰ ਤੋਂ ਉਸ ਮਾਡਲ ਨੂੰ ਬਣਾਉਣ ਤੋਂ ਬਾਅਦ ਹੀ ਮਿਲੇ। ਆਇਨ ਤੱਕ ਕਿਹੜੇ ਤੁਹਾਨੂੰ ਮਤਲਬ ਸਨਮਾਨ ਤੇ ਚਿੰਨ੍ਹ ਜਿਹੜੇ ਮਿਲੇ ਹੈਗੇ ਆ? 17 ਜੋ ਵਰਲਡ ਰਿਕਾਰਡ ਨੇ, ਉਹਦੇ ਵਿੱਚ ਇੰਡੀਆ ਦੀਆਂ ਕੁਝ ਬੁੱਕਸ ਨੇ, ਉਹਦੇ ਨਾਲ ਆਸਟ੍ਰੇਲੀਆ ਦੀ ਬੁੱਕ ਹੈ ਵਰਲਡ ਬੁੱਕ ਆਫ ਰੈਕਡ, ਏਸ਼ੀਆ ਬੁੱਕ ਆਫ ਰਿਕਾਰਡ ਹੈ, ਲਿਮਕਾ ਬੁੱਕ ਆਫ ਰਿਕਾਰਡ ਹੈ, ਜਾਂ ਜਿਹੜੇ ਇੰਡੀਆ ਬੁੱਕ ਆਫ ਰਿਕਾਰਡ ਦੇ ਨਾਲ ਜੋ ਨੇਪਾਲ ਦੀਆਂ ਬੁੱਕਸ ਹੈਗੀਆਂ ਉਹਦੇ ਵਿੱਚ ਅਵਾਰਡ ਮਿਲੇ ਹੈ। ਤੇ ਹੋਰ ਵੀ ਕਾਫੀ, ਜਦੋਂ ਵੀ ਇੰਟਰਨੈਸ਼ਨਲ ਲੈਵਲ 'ਤੇ ਜਾਈਦਾ, ਕਾਫੀ ਨੈਸ਼ਨਲ ਤੇ ਜੋ ਲੈਵਲ ਦੇ ਵੱਖ-ਵੱਖ ਲੈਵਲਸ ਦੇ ਜੋ ਅਵਾਰਡ ਮਾਣ ਸਤਿਕਾਰ ਮਿਲਦੇ ਰਹਿੰਦੇ ਨੇ। ਇੰਡੀਆ ਦੀਆਂ ਵੀ ਕਾਫੀ ਸਾਰੀਆਂ ਆਰਗੇਨਾਈਜੇਸ਼ਨਸ ਹੈਗੀਆਂ ਜਿਨ੍ਹਾਂ ਵੱਲੋਂ ਸ਼ਾਨ-ਏ ਪੰਜਾਬ, ਸ਼ਾਨ-ਏ ਭਾਰਤ ਅਵਾਰਡ, ਬੈਸਟ ਜੋ ਟੈਲੈਂਟ ਆਫ ਪੰਜਾਬ ਦਾ ਅਵਾਰਡ ਵੀ, ਇਸ ਤਰ੍ਹਾਂ ਦੇ ਕਾਫੀ ਸਾਰੇ ਅਵਾਰਡ ਮੈਨੂੰ ਮਿਲ ਚੁੱਕੇ ਨੇ। ਤੁਸੀਂ ਜਿਹੜੇ ਮਾਡਲ ਬਾਹਰ ਵੀ ਕਿਤੇ ਐਗਜ਼ੀਬਿਸ਼ਨ ਲਾਉਂਦੇ ਹੋ, ਜੇ ਲਾਉਂਦੇ ਹੋ ਤੇ ਕਿੱਥੇ ਗਏ ਹੋ? ਮੈਂ ਜੇ ਇੰਡੀਆ ਤੋਂ ਬਾਹਰ ਕਾਫੀ ਸਾਰੀਆਂ ਐਗਜ਼ੀਬਿਸ਼ਨ ਲਾਈਆਂ। ਮੈਂ ਤੁਹਾਨੂੰ ਦੱਸਾਂ ਕਿ ਇੰਡੀਆ ਦੇ ਵਿੱਚ ਬਹੁਤ ਘੱਟ ਐਗਜ਼ੀਬਿਸ਼ਨਸ ਲਾਈਆਂ। ਇੰਡੀਆ ਤੋਂ ਬਾਹਰ ਮੈਂ ਸਿੰਗਾਪੁਰ ਦੇ ਵਿੱਚ, ਮਲੇਸ਼ੀਆ ਦੇ ਵਿੱਚ, ਜਰਮਨੀ, ਇਟਲੀ, ਇੰਗਲੈਂਡ, ਕੈਨੇਡਾ ਦੇ ਵਿੱਚ, ਵੱਖ-ਵੱਖ ਮੁਲਕਾਂ ਦੇ ਵਿੱਚ ਕਈ ਵਾਰੀ ਜਾ ਕੇ ਉੱਥੇ ਜਿੱਥੇ ਅਸੀਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੀਦਾ, ਧਾਰਮਿਕ ਸਥਾਨਾਂ ਦੇ ਮਾਡਲਾਂ ਦੀ ਪ੍ਰਦਰਸ਼ਨੀਆਂ ਲਾਈਦੀਆਂ ਦੇ ਨਾਲ ਇਤਿਹਾਸ ਦਿਖਾਈਦਾ, ਉਹਦੇ ਨਾਲ ਵੱਖ-ਵੱਖ ਮੁਲਕਾਂ ਦੇ ਵਿੱਚ, ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਸਿੰਗਾਪੁਰ ਦੇ ਵਿੱਚ, ਮਲੇਸ਼ੀਆ ਦੇ ਵਿੱਚ, ਉੱਥੋਂ ਦੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ, ਅਜਾਇਬ ਘਰਾਂ ਦੇ ਵਿੱਚ ਮੇਰੇ ਬਣਾਏ ਹੋਏ ਮਾਡਲ ਸੁਸ਼ੋਭਿਤ ਨੇ, ਜਿਹੜੇ ਕਿ ਇਤਿਹਾਸ ਨੂੰ ਵੀ ਦਰਸਾਉਂਦੇ ਨੇ। ਤੇ ਇਹ ਮੇਰੇ ਲਈ ਨਹੀਂ, ਪੂਰੇ ਪੰਜਾਬੀਆਂ ਲਈ ਇੱਕ ਮਾਣਮੱਤੀ ਗੱਲ ਹੈ ਕਿ ਅੰਮ੍ਰਿਤਸਰ ਸਾਹਿਬ ਜੀ ਦਾ ਇਹ ਜੋ ਆਰਟ ਹੈ, ਜੋ ਕਲਾ ਹੈਗੀ ਹੈ, ਗੁਰੂ ਰਾਮਦਾਸ ਪਾਤਸ਼ਾਹ ਦੇ ਨਗਰੀ ਤੋਂ ਨਿਕਲ ਕੇ ਪੂਰੀ ਦੁਨੀਆ ਦੇ ਵਿੱਚ ਕਲਾ ਦੇ ਜ਼ਰੀਏ ਆਪਣੀ ਮਹਿਕ ਨੂੰ ਬਿਖੇਰ ਰਹੀ ਹੈ। ਗੁਰਪ੍ਰੀਤ ਭਾਜੀ, ਕਿਵੇਂ ਦਾ ਲੱਗ ਰਿਹਾ ਤੁਹਾਨੂੰ? ਕਿਉਂਕਿ ਬੜੀ ਵੱਡੀ ਗੱਲ ਹੈਗੀ, ਤੁਹਾਡੀ ਕਲਾ ਜਿਹੜੀ ਹੈਗੀ ਵਰਲਡ ਫੇਮਸ ਵੀ ਗਈ ਆ। ਕੀ ਕਦੀ ਤੁਸੀਂ ਸੋਚਿਆ ਸੀ ਕਿ ਤੁਸੀਂ ਇਹ ਕਲਾ ਦੇ ਨਾਲ ਇੰਨੇ ਜ਼ਿਆਦਾ ਤੁਸੀਂ ਫੇਮਸ ਹੋ ਜਾਓਗੇ? ਸੋਚਿਆ ਤਾਂ ਨਹੀਂ ਸੀਗਾ, ਕਦੇ ਇਹ ਵੀ ਨਹੀਂ ਸੋਚਿਆ ਸੀ ਕਦੇ ਕਿਸੇ ਮੁਲਕ ਦੇ ਵਿੱਚ ਜਾਵਾਂਗੇ, ਲੇਕਿਨ ਪਰਮਾਤਮਾ ਦੀ ਜਦੋਂ ਨਜ਼ਰ ਸਵੱਲੀ ਹੋ ਜਾਵੇ, ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਦਾ ਮਾਡਲ ਬਣਾਉਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਐਸੀ ਬਾਂਹ ਪਕੜੀ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਸੱਦੇ ਪੱਤਰ ਆਉਂਦੇ ਨੇ, ਸੰਗਤਾਂ ਬਹੁਤ ਅਦਬ ਸਤਿਕਾਰ ਸਹਿਤ, ਮਾਣ ਸਤਿਕਾਰ ਸਹਿਤ ਬੁਲਾਉਂਦੀਆਂ ਨੇ, ਤੇ ਬਹੁਤ ਹੀ ਮਾਣ ਸਤਿਕਾਰ ਦੇ ਕੇ ਨਿਵਾਜਦੀਆਂ ਨੇ। ਤੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਗੁਰੂ ਸਾਹਿਬ ਨੇ ਐਸੀ ਕਲਾ ਬਖਸ਼ੀ ਹੈ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਪਸੰਦ ਕੀਤੀ ਜਾ ਰਹੀ ਹੈ। ਜਦੋਂ ਮੈਂ ਤੁਹਾਨੂੰ ਦੱਸ ਦੇਵਾਂ, ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜੂਨ 1984 ਵਾਲਾ ਘੱਲੂਘਾਰੇ ਵੇਲੇ ਦਾ ਜੋ ਸਾਡਾ ਸਿੱਖੀ ਦੇ ਉੱਤੇ ਬਹੁਤ ਵੱਡਾ ਇੱਕ ਦਰਦ ਹੈ ਸਿੱਖੀ ਦੇ ਵਿੱਚ, ਕਿ 1984 ਨੂੰ ਐਸਾ ਭਾਣਾ ਵਾਪਰਿਆ ਕਿ ਸੈਂਕੜੇ ਜੋ ਸਾਡੇ ਬੱਚੇ, ਬਜ਼ੁਰਗ, ਵੀਰ ਭਰਾ, ਮਾਤਾਵਾਂ, ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਸ੍ਰੀ ਅਕਾਲ ਤਖਤ ਸਾਹਿਬ। ਉਹ ਵੀ ਜਿਹੜਾ ਦਰਦ ਮੈਂ ਆਪਣੀ ਕਲਾ ਦੇ ਜ਼ਰੀਏ ਜੋ ਬਿਆਨ ਕੀਤਾ, ਜੂਨ 1984 ਦਾ ਮਾਡਲ ਬਣਾਇਆ, ਉਹਨੂੰ ਵੀ ਦੇਸ਼ ਵਿਦੇਸ਼ ਦੇ ਵਿੱਚ ਕਾਫੀ ਸਾਰੀਆਂ ਸੰਗਤਾਂ ਵੱਲੋਂ ਸ਼ਲਾਘਾ ਮਿਲਦੀ ਹੈ, ਤੇ ਅੱਖਾਂ ਵੀ ਨਮ ਹੁੰਦੀਆਂ ਨੇ ਕਿ ਉਸ ਦਰਦ ਨੂੰ ਆਪਣੀ ਕਲਾ ਦੇ ਜ਼ਰੀਏ ਜੋ ਬਿਆਨ ਕੀਤਾ, ਬਹੁਤ ਸੰਗਤਾਂ ਭਾਵੁਕ ਹੋ ਜਾਂਦੀਆਂ ਨੇ ਦੇਖ ਕੇ। ਦੇਖੋ, ਜਦੋਂ ਤੁਹਾਨੂੰ ਕੋਈ ਤੁਹਾਡੀ ਕਲਾ ਵਾਸਤੇ ਤੁਹਾਡਾ ਕੋਈ ਸਨਮਾਨਿਤ ਕਰਦਾ ਆ ਜਾਂ ਤੁਹਾਨੂੰ ਬਹੁਤ ਵਧੀਆ ਦੱਸਦਾ ਕਿ ਤੁਸੀਂ ਬਹੁਤ ਵਧੀਆ ਕੰਮ ਕਰਦੇ, ਫਿਰ ਉੱਧਰੋਂ ਫਿਰ ਤੁਹਾਨੂੰ ਕਿਵੇਂ ਦਾ ਤੁਹਾਨੂੰ ਫੀਲ ਹੁੰਦਾ? ਕਿਉਂਕਿ ਬੜੀ ਵੱਡੀ ਗੱਲ ਹੈਗੀ ਕਿ ਪੇਪਰ ਦੇ ਨਾਲ ਤੁਸੀਂ ਹਰ ਇੱਕ ਪ੍ਰਕਾਰ ਦੀ ਜਿਹੜੀ ਹੈਗੀ ਉਹ ਚੀਜ਼ ਬਣਾਈ ਹੋ ਗਈ ਹੈ, ਚਾਹੇ ਉਹ 5 ਤਖਤ ਸਾਹਿਬਾਨ ਹੋਣ ਜਾਂ ਤੁਸੀਂ ਹੋਰ ਮਾਡਲ ਬਣਾਏ ਆ ਕਿ ਦੇਸ਼ ਦੁਨੀਆ ਦੇ ਵਿੱਚ ਫੇਮਸ ਜਿਹੜੀਆਂ ਇਮਾਰਤਾਂ ਹੈਗੀਆਂ ਉਹਨਾਂ ਦੀ ਵੀ ਬਣਾਈ ਹੋਈ ਹੈ ਨਾ। ਤੇ ਫਿਰ ਕਿਵੇਂ ਦਾ ਤੁਹਾਨੂੰ ਉਸ ਵੇਲੇ ਮਾਣ ਮਹਿਸੂਸ ਹੁੰਦਾ? ਕਿਵੇਂ ਦਾ ਤੁਸੀਂ ਫੀਲ ਕਰਦੇ ਜੀ ਉਸ ਵੇਲੇ? ਜਦੋਂ ਵੀ ਕੋਈ ਵੀ ਵੀਰ ਭੈਣ ਭਰਾ, ਸਾਡੀ ਬਜ਼ੁਰਗ ਮਾਤਾ ਜਾਂ ਕੋਈ ਬਜ਼ੁਰਗ
ਬਜ਼ੁਰਗ ਸਾਨੂੰ ਉਸ ਕਲਾ ਨੂੰ ਸ਼ਲਾਘਾ ਕਰਦੇ ਆ, ਉਹਨੂੰ ਪ੍ਰਵਾਨਗੀ ਦਿੰਦੇ ਆ ਕਿ ਤੁਸੀਂ ਬਹੁਤ ਵਧੀਆ ਕਾਰਜ ਕਰਦੇ ਹੋ, ਅਤੇ ਮੈਨੂੰ ਹੋਰ ਐਨਰਜੀ ਮਿਲਦੀ ਹੈ। ਉਸ ਐਨਰਜੀ ਨੂੰ ਲੈ ਕੇ ਜਦੋਂ ਮੈਂ ਬਾਹਰਲੇ ਮੁਲਕਾਂ ਤੋਂ ਵਾਪਸ ਇੰਡੀਆ ਆਉਣਾ ਤਾਂ ਉਸ ਐਨਰਜੀ ਨੂੰ ਲੈ ਕੇ ਮੈਂ ਅੱਗੇ ਹੋਰ ਕਾਰਜ ਕਰਦਾ। ਜੇ ਉਹਦੇ ਨਾਲ ਹੀ ਮੈਂ ਹੋਰ ਕਾਫੀ ਸਾਰੇ ਧਾਰਮਿਕ ਸਥਾਨਾਂ ਦੇ ਹੋਰ ਮਾਡਲ ਤਿਆਰ ਕਰਨ ਦੇ ਯਤਨ ਕਰਦਾ। ਪਿਛਲੇ ਦਿਨੀ ਵੀ ਮੈਂ ਇੱਕ ਸ੍ਰੀ ਆਨੰਦਗੜ੍ਹ ਸਾਹਿਬ ਜੀ ਦਾ ਜੋ ਕਿਲ੍ਹਾ ਹੈ ਡਿਟੇਲ ਮਾਡਲ ਬਣਾ ਕੇ ਦਿੱਤਾ, ਜੋ ਕਿ ਪਹਿਲਾਂ ਇੰਡੀਆ ਦੇ ਵਿੱਚ ਵੱਖ-ਵੱਖ ਸਥਾਨਾਂ 'ਤੇ ਉਹਦੀਆਂ ਪ੍ਰਦਰਸ਼ਨੀਆਂ ਲਾਈਆਂ ਜਾਣਗੀਆਂ। ਉਸ ਤੋਂ ਬਾਅਦ ਸ੍ਰੀ ਆਨੰਦਗੜ੍ਹ ਸਾਹਿਬ ਜੀ ਦਾ ਡਿਟੇਲ ਮਾਡਲ ਜੋ ਹੈ ਉਹ ਆਸਟ੍ਰੇਲੀਆ ਦੇ ਵਿੱਚ ਵੀ ਭੇਜਿਆ ਜਾਏਗਾ। ਅਤੇ ਪਰਮਾਤਮਾ ਦੀ ਕਿਰਪਾ ਸਦਕਾ ਇਸੇ ਤਰ੍ਹਾਂ ਕਾਰਜ ਕਰਦੇ ਆ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਦਾ ਪਿਆਰ ਆਸੀਸਾਂ ਮਿਲਦੀਆਂ ਰਹਿਣ, ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਰਹੇ ਅਤੇ ਹੋਰ ਵੱਧ ਚੜ੍ਹ ਕੇ ਇਸ ਤਰ੍ਹਾਂ ਦੇ ਜੋ ਕਾਰਜ ਨੇ ਧਾਰਮਿਕ ਉਹ ਕਰਦੇ ਰਹੀਏ। ਇਸ ਕਲਾ ਨੂੰ ਕੋਈ ਬਾਹਰ ਦੀਆਂ ਸਿੱਖ ਸੰਗਤਾਂ ਤੁਹਾਡੇ ਕੋਲੋਂ ਖੜਦੀਆਂ ਵੀ ਹੋਣਗੇ, ਜਾਂ ਤੁਸੀਂ ਭੇਜਦੇ ਵੀ ਕੋਈ ਜ਼ਰੀਆ ਵੀ ਇਸ ਤਰ੍ਹਾਂ ਦਾ ਕੋਈ ਹੈਗਾ ਕਿ ਜਾਂ ਕੋਈ ਇੱਥੇ ਤੁਸੀਂ ਆ ਕੇ ਹੀ ਅਗਲਾ ਲੈ ਸਕਦਾ ਹੈਗਾ ਜੀ? ਮੈਂ ਤੁਹਾਨੂੰ ਹੁਣੇ ਬੇਨਤੀ ਕੀਤੀ ਸੀ ਕਿ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ, ਅਜਾਇਬ ਘਰਾਂ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਸਿੰਗਾਪੁਰ ਦੇ ਵਿੱਚ, ਮਲੇਸ਼ੀਆ, ਹੋਰ ਵੀ ਕਾਫੀ ਸਾਰੇ, ਕੈਨੇਡਾ ਦੇ ਵਿੱਚ ਵੀ, ਅਮਰੀਕਾ 'ਚ ਵੀ ਭੇਜੇ ਆਪਾਂ ਕਾਫੀ ਸਾਰੇ ਮਾਡਲ। ਆਪਣੇ ਬਣਾਏ ਹੋਏ ਮਾਡਲ ਨਗਰ ਕੀਰਤਨਾਂ ਦੇ ਵਿੱਚ ਬਣਾਉਣ ਲਈ ਵੀ ਸੱਦੇ ਪੱਤਰ ਆਉਂਦੇ ਨੇ, ਬਹੁਤ ਵੱਡੇ ਬਣਾ ਕੇ ਦੇਈਦੇ ਨੇ। ਉਹਦੇ ਨਾਲ ਹੀ ਅਜਾਇਬ ਘਰਾਂ ਦੇ ਵਿੱਚ ਵੀ ਸੁਸ਼ੋਭਿਤ ਨੇ ਕਾਫੀ ਸਾਰੇ ਮਾਡਲ ਆਪਣੇ ਬਣਾਏ ਹੋਏ ਕਈ ਮੁਲਕਾਂ ਦੇ ਵਿੱਚ। ਮੈਂ ਸੰਗਤਾਂ ਨੂੰ ਇਹ ਬੇਨਤੀ ਕਰਨਾ ਚਾਹੂੰਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ, ਅਗਰ ਦੇਸ਼ ਦੁਨੀਆ ਦੇ ਵਿੱਚ ਕਿਸੇ ਵੀ ਥਾਂ 'ਤੇ ਕੋਈ ਹਾਲ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਜੀ ਦਾ ਜਾਂ ਕੋਈ ਵੀ ਮਾਡਲ ਕਿਸੇ ਵੀ ਮਟੀਰੀਅਲ ਦੇ ਵਿੱਚ, ਚਾਹੇ ਉਹ ਫਾਈਬਰ ਦੇ ਵਿੱਚ ਹੋਵੇ, ਵੁਡਨ ਦੇ ਵਿੱਚ ਹੋਵੇ ਜਾਂ ਗੋਲਡ ਪਲੇਟਡ ਹੋਵੇ, ਕਿਸੇ ਵੀ ਮਟੀਰੀਅਲ ਦੇ ਵਿੱਚ ਤੁਹਾਨੂੰ ਚਾਹੀਦਾ ਹੋਵੇ ਤਾਂ ਅਸੀਂ ਬਣਾ ਕੇ ਭੇਜੀਦੇ ਹੈ। ਜਾਂ ਦੇਸ਼ ਦੁਨੀਆ ਦੇ ਵਿੱਚ ਕਿਤੇ ਵੀ ਵੱਡੇ ਆਕਾਰ ਦਾ ਬਣਾਉਣਾ ਹੋਵੇ ਤਾਂ ਅਸੀਂ ਆ ਕੇ ਉੱਥੇ ਬਣਾ ਕੇ ਦੇਈਦਾ, ਕਿਉਂਕਿ ਸਿੱਖ ਸੰਗਤਾਂ ਦੇ ਹੁਕਮ ਅਨੁਸਾਰ ਦੇਸ਼ ਦੁਨੀਆ ਦੇ ਵਿੱਚ ਕਿਤੇ ਵੀ ਹਾਜ਼ਰ ਹੋ ਕੇ ਇਸ ਤਰ੍ਹਾਂ ਦੇ ਕਾਰਜਾਂ ਲਈ ਅਸੀਂ ਹਮੇਸ਼ਾ ਯਤਨਸ਼ੀਲ ਹਾਂ। ਵੀਰ ਜੀ, ਇੰਡੀਆ ਦੇ ਵਿੱਚ ਕਿੱਥੇ ਕਿੱਥੇ ਐਗਜ਼ੀਬਿਸ਼ਨ ਤੁਸੀਂ ਲਾਏ ਜੀ? ਇੰਡੀਆ ਦੇ ਵਿੱਚ ਮੋਸਟਲੀ ਮੈਂ ਜ਼ਿਆਦਾਤਰ ਇੱਕ ਜੈਪੁਰ ਦੇ ਵਿੱਚ ਸਭ ਤੋਂ ਪਹਿਲਾਂ ਲਾਈ ਸੀਗੀ, ਇੰਟਰਨੈਸ਼ਨਲ ਐਗਜ਼ੀਬਿਸ਼ਨ ਹੋਈ ਸੀ ਉੱਥੇ। ਉਸ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਹੁੰਦੀ ਹੈ ਪਾਈਟੈਕਸ ਨਾਮ ਤੋਂ ਹੁੰਦੀ ਹੈ ਐਗਜ਼ੀਬਿਸ਼ਨ, ਉੱਥੇ ਵੀ 5-6 ਵਾਰੀ ਮੈਂ ਪਾਰਟੀਸਪੇਟ ਕੀਤਾ, ਇੰਟਰਨੈਸ਼ਨਲ ਲੈਵਲ ਦੀ ਹੁੰਦੀ ਹੈ। ਉਸ ਤੋਂ ਇਲਾਵਾ ਇੰਡੀਆ ਦੇ ਵਿੱਚ ਬਹੁਤ ਘੱਟ ਤਾਦਾਦ 'ਚ ਲਾਈਆਂ, ਅਤੇ ਬਾਹਰ ਜੋ ਫੋਰਨ ਕੰਟਰੀ ਦੇ ਵਿੱਚ, ਸਿੰਗਾਪੁਰ ਦੇ ਵਿੱਚ ਹੁੰਦਾ ਹੈ ਨਾਮਰਸ ਕੀਰਤਨ ਦਰਬਾਰ ਹੁੰਦਾ, ਸਿੰਗਾਪੁਰ ਐਕਸਪੋ ਹਾਲ ਦੇ ਵਿੱਚ ਹੁੰਦਾ। ਉਹ 6-7 ਅਲੱਗ-ਅਲੱਗ ਮੁਲਕਾਂ ਦੇ ਵਿੱਚੋਂ ਉੱਥੇ ਸੰਗਤ ਆਉਂਦੀ ਹੈ ਅਤੇ ਬਹੁਤ ਵੱਡੇ ਪੱਧਰ 'ਤੇ ਉੱਥੇ ਮਾਨ ਸਨਮਾਨ ਮਿਲਦਾ। ਵੀਰ ਜੀ, ਜਿਹੜਾ ਮਾਡਲ ਹੈਗਾ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ? ਕਿਉਂਕਿ ਬੜੀ ਵੱਡੀ ਕਲਾ ਹੈਗੀ ਆ ਕਿ ਇੱਕ ਚੀਜ਼ ਨੂੰ ਦੇਖਣਾ ਕਿ ਫਿਰ ਉਹਨੂੰ ਬਣਾਉਣਾ, ਕਿਸ ਤਰ੍ਹਾਂ ਤੁਸੀਂ ਇਹ ਚੀਜ਼ ਤੱਕ ਮਤਲਬ ਕਿ ਇਹਨੂੰ ਬਣਾਉਂਦੇ ਹੋ? ਜਿਹੜੇ ਸਥਾਨ ਜਿਵੇਂ ਇੰਡੀਆ ਦੇ ਵਿੱਚ ਹੁੰਦੇ ਆ ਅਤੇ ਮੈਂ ਉੱਥੋਂ ਜਾ ਕੇ ਮੱਥਾ ਟੇਕੀ ਦਾ ਗੁਰਦੁਆਰਾ ਸਾਹਿਬ, ਅਤੇ ਸਾਰੀ ਡਿਟੇਲਸ ਲਈਦੀ ਹੈ, ਵੀਡੀਓਜ਼ ਲਈਦੀ ਹੈ ਉਹਦੀ, ਜਾਂ ਉਹਦੇ ਸਾਰੇ ਚਾਰੇ ਪਾਸੇ ਕੈਪਚਰ ਕਰੀਦੇ ਆ ਪਿਕਚਰਸ, ਹੈ ਨਾ। ਉਸ ਤੋਂ ਬਾਅਦ ਫਿਰ ਡਿਟੇਲਿੰਗ ਸਾਰੀ ਇੱਕ ਸਕੇਲ ਕੱਢ ਕੇ ਉਹਦਾ ਪ੍ਰੋਪਰ ਇੱਕ ਪਲਾਨ ਤਿਆਰ ਕਰਕੇ ਸਾਰਾ, ਫਿਰ ਉਸ ਤੋਂ ਬਾਅਦ ਮੇਜਰਮੈਂਟ ਤਿਆਰ ਕਰਕੇ ਫਿਰ ਇਹ ਮਾਡਲ ਸ਼ੁਰੂ ਕਰੀਦਾ, ਅਤੇ ਹੂ ਇਸੇ ਕਰਕੇ ਉਹਦੀ ਜੋ ਦਿੱਖ ਹੈਗੀ ਉਸੇ ਤਰ੍ਹਾਂ ਦੀ ਆ ਜਾਂਦੀ। ਗੁਰਪ੍ਰੀਤ ਭਾਜੀ, ਇੱਕ ਤੁਹਾਡੀ ਲਾਗੇ ਇੱਥੇ ਇੱਕ ਪ੍ਰਦਰਸ਼ਨੀ ਪਈ ਹੈ ਬੜੀ ਵਧੀਆ, ਮਤਲਬ ਕਿ ਜਿਹਨੂੰ ਆਪਾਂ ਸਿੱਟਾ ਪਿਆ ਜਿਸ ਤਰ੍ਹਾਂ ਆਪਾਂ ਕਿਸਾਨੀ ਸੰਘਰਸ਼ ਨਾਲ ਦਰਸਾ ਰਹੀ ਹੈ, ਇਹਦੇ ਬਾਰੇ ਦੱਸੋ ਜੀ, ਇਹ ਕੀ ਚੀਜ਼ ਹੈਗੀ ਔਰ ਕਿਵੇਂ ਤੁਸੀਂ ਕਿਸਾਨਾਂ ਵਾਸਤੇ ਬਣਾਈ ਹੈ? ਇਹ ਜੀ ਤੁਹਾਨੂੰ ਇੱਕ ਮਾਡਲ ਨਜ਼ਰ ਆ ਰਿਹਾ ਹੋਊਗਾ, ਭਾਰਤ ਦਾ ਨਕਸ਼ਾ, ਜਿਹਦੇ ਵਿੱਚ ਕਿ ਸਾਡਾ ਕਿਸਾਨੀ ਦਾ ਜੋ ਦਰਦ ਹੈ, ਮੈਂ ਸਿਰਫ ਕਿਸਾਨੀ ਦਾ ਹੀ ਨਹੀਂ ਕਹੂੰਗਾ, ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਪੰਜਾਬੀ ਦਾ, ਹਰ ਇੱਕ ਦੇਸ਼ ਵਾਸੀ ਦਾ ਇਹ ਦਰਦ ਬਣ ਗਿਆ ਹੈ। ਹਰ ਇੱਕ ਬੱਚੇ ਦੀ ਇਹ ਪੁਕਾਰ ਹੈ ਕਿ ਜੋ ਦੇਸ਼ ਦੇ ਵਿੱਚ ਤਾਨਾਸ਼ਾਹੀ ਰਵੱਈਆ ਚੱਲ ਰਿਹਾ ਸਰਕਾਰਾਂ ਦਾ, ਇਸ ਤੋਂ ਸਰਕਾਰਾਂ ਨੂੰ ਬਾਜ਼ ਆਉਣਾ ਚਾਹੀਦਾ ਹੈ। ਜਿਹੜੇ ਕਾਲੇ ਕਾਨੂੰਨ ਸਾਨੂੰ ਥੋਪੇ ਗਏ, ਇਹ ਜਿਹੜੇ ਹੈਗੇ ਆ ਰੱਦ ਹੋਣੇ ਚਾਹੀਦੇ, ਤਾਂ ਕਿ ਸਾਡੇ ਪੰਜਾਬੀ, ਸਾਡੇ ਹਰਿਆਣਵੀ, ਸਾਡੇ ਇੰਡੀਅਨਸ ਜਿਹੜੇ ਉੱਥੇ ਬਾਰਡਰਾਂ 'ਤੇ ਜੂਝ ਰਹੇ ਹੈ। ਇੱਕ ਬਾਰਡਰ ਹੁੰਦਾ ਜਿਹੜਾ ਦੂਜੇ ਮੁਲਕਾਂ ਨਾਲ ਲੜਾਈ ਹੁੰਦੀ ਹੈ, ਇੱਕ ਹੁੰਦੀ ਹੈ ਸਰਕਾਰਾਂ ਦੇ ਨਾਲ ਚੱਲ ਰਹੀ ਹੈ। ਰੋਜ਼ ਦੀਆਂ ਨਿੱਤ ਦੀਆਂ ਧੱਕੇਸ਼ਾਹੀਆਂ 1 ਸਾਲ ਦੇ ਕਰੀਬ ਹੋ ਜਾਣ ਲੱਗਾ, ਅਤੇ 600 ਤੋਂ ਵੱਧ ਕਿਸਾਨਾਂ ਦੀਆਂ ਮੌਤਾਂ। ਇਹਦੀ ਜ਼ਿੰਮੇਦਾਰ ਸਿੱਧੇ ਤੌਰ 'ਤੇ ਵੈਸੇ ਤਾਂ ਸਰਕਾਰ ਹੈਗੀ ਹੈ, ਲੇਕਿਨ ਮੈਂ ਇਹ ਕਹੂੰਗਾ ਕਿ ਜਦੋਂ ਆਵਾਮ, ਬੱਚਾ ਇੱਕ ਆਵਾਜ਼ ਬੁਲੰਦ ਕਰਕੇ ਇੱਕ ਪਾਸੇ ਖੜਾ ਹੋ ਜੇ, ਅਤੇ ਉਹ ਸਰਕਾਰਾਂ ਨੂੰ ਆਪਣਾ ਰਵੱਈਆ ਨਰਮ ਕਰ ਦੇਣਾ ਚਾਹੀਦਾ, ਕਿਉਂਕਿ ਸਰਕਾਰਾਂ ਨੂੰ ਪਹਿਲਾਂ ਪੰਜਾਬੀਆਂ ਦਾ ਇਤਿਹਾਸ ਪੜ੍ਹਨਾ ਚਾਹੀਦਾ ਕਿ ਪੰਜਾਬੀਆਂ ਦਾ ਇਤਿਹਾਸ ਕੀ ਹੈ। ਸਾਡੇ ਤਾਂ ਇੱਥੇ ਜਦੋਂ ਕਿਸੇ ਮੈਦਾਨ 'ਚ ਉਤਰ ਕੇ ਪੰਜਾਬੀ, ਅਤੇ ਉਹ ਵਾਪਸ ਨਹੀਂ ਮੁੜਦੇ। ਇਸ ਕਰਕੇ ਸਰਕਾਰਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਿਹੜੇ ਅਸੀਂ ਗਲਤ ਫੈਸਲੇ ਲੈ ਲਏ ਆ, ਮਾਫੀ ਮੰਗੇ ਲੋਕਾਂ ਤੋਂ, ਕਿਉਂਕਿ ਇਹ ਉਹ ਲੋਕ ਨੇ ਜਿਹੜੇ ਦੇਸ਼ ਦੇ ਅੰਨਦਾਤੇ ਨੇ, ਅੰਨ ਉਗਾਉਣ ਵਾਲੇ ਨੇ। ਇਹਨਾਂ ਨੂੰ ਸੜਕਾਂ 'ਤੇ ਰੁਲਣ ਦੇਣਾ ਇੱਕ
ਮਾੜੇ ਲੋਕਤੰਤਰ ਦਾ ਸੰਦੇਸ਼ ਹੈਗਾ, ਇਹ ਚੰਗਾ ਪ੍ਰਤੀਕ ਨਹੀਂਗਾ। ਇਸ ਕਰਕੇ ਸਰਕਾਰਾਂ ਨੂੰ ਤਾਨਾਸ਼ਾਹੀ ਰਵੱਈਆ ਛੱਡਣਾ ਚਾਹੀਦਾ। ਉਹੀ ਮੈਂ ਮਾਡਲ ਦੇ ਵਿੱਚ ਦਰਸਾਇਆ ਕਿ ਸਾਡੀ ਜੋ ਕਿਰਸਾਨੀ ਦੇ ਜੋ ਯੰਤਰ ਨੇ ਦਾਤਰੀ, ਉਸ ਨੂੰ ਜੰਜੀਰੀਆਂ ਜੋ ਹੈਗੀਆਂ ਤਾਨਾਸ਼ਾਹੀ ਦੀਆਂ, ਧੱਕੇਸ਼ਾਹੀ ਦੀਆਂ, ਉਹਦੇ ਵਿੱਚ ਜਕੜਿਆ ਦਿਖਾਇਆ। ਤੇ ਮੈਂ ਸਰਕਾਰਾਂ ਨੂੰ ਅਪੀਲ ਕਰਦਾ ਹੱਥ ਜੋੜ ਕੇ ਕਿ ਤਾਨਾਸ਼ਾਹੀ ਰਵੱਈਆ ਬੰਦ ਕਰੋ, ਨਰਮਾਈ ਅਪਣਾ ਕੇ ਕਿਸਾਨਾਂ ਨੂੰ ਹੱਸਦੇ ਖੇਡਦੇ ਘਰੇ ਵਿਦਾ ਕਰੋ ਤੇ ਉਹਨਾਂ ਦੀਆਂ ਮੰਗਾਂ ਨੂੰ ਮੰਨਿਆ ਜਾਵੇ ਤੇ ਕਾਲੇ ਕਾਨੂੰਨ ਰੱਦ ਕੀਤੇ ਜਾਣ। ਦਾਤਰੀ ਦੇ ਨਾਲ ਤੁਸੀਂ ਜੰਜੀਰਾਂ ਵੀ ਲਗਾਈਆਂ, ਉਹ ਥੱਲੇ ਇੱਕ ਤਾਲਾ ਵੀ ਲਾਇਆ ਹੈ, ਉਹਦੇ ਉੱਤੇ ਲਿਖਿਆ ਭਾਰਤ ਬੰਦ। ਇਹਦਾ ਕੀ ਕਾਰਨ ਹੈ ਜੀ? ਇਹ ਕੀ ਸੋਚ ਕੇ ਬਣਾਇਆ ਤੁਸੀਂ? ਭਾਰਤ ਬੰਦ ਦੇਖੋ ਜੀ, ਭਾਰਤ ਤਾਂ ਫੇਰ ਬੰਦ ਹੋਣ ਜਾ ਰਿਹਾ। ਅਗਲੇ ਦਿਨਾਂ ਨੇ ਕਿਸਾਨਾਂ ਨੇ ਫੇਰ ਵਿਚਾਰਿਆਂ ਨੇ ਅੱਕਿਆਂ ਥੱਕਿਆਂ ਨੇ ਅਲਟੀਮੇਟ ਦਿੱਤਾ, ਕਿਉਂਕਿ ਇਹ ਵਾਰੀ ਜਦੋਂ ਕਿਸਾਨਾਂ ਤੇ ਡਾਂਗਾਂ ਵਰਾਉਂਦੇ ਆ, ਕਿਸਾਨਾਂ ਤੇ ਝੂਠੇ ਪਰਚੇ ਕਰਦੇ, ਕਿਸਾਨਾਂ ਨਾਲ ਧੱਕੇਸ਼ਾਹੀ ਕਰਦੇ ਆ, ਕਿਸਾਨਾਂ ਨੂੰ ਹਰ ਤਰੀਕੇ ਨਾਲ ਟੌਰਚਰ ਕੀਤਾ ਜਾ ਰਿਹਾ ਹੈ। ਲਾਠੀਆਂ ਸਿਰ ਪੜਵਾ ਕੇ ਹੁਣ ਕਿਸਾਨ, ਠੀਕ ਹੈ, ਵੋਟ ਪਾਉਣ ਇਹਨਾਂ ਨੂੰ ਮੁੜ ਕੇ ਫਿਰ ਕਿਸਾਨ। ਮੈਂ ਤਾਂ ਮੇਰੇ ਵੀਰਾਂ ਨੂੰ, ਪੰਜਾਬੀਆਂ ਨੂੰ ਇਹ ਬੇਨਤੀ ਕਰੂੰਗਾ ਵੀ ਇਸ ਵਾਰੀ ਬੜਾ ਹਿਸਾਬ ਕਿਤਾਬ ਲਾ ਕੇ ਤੋਲ ਕੇ ਨਾ ਫਿਰ ਇਹਨਾਂ ਨੂੰ ਵੋਟਾਂ ਪਾਉਣੀਆਂ, ਪਰਖਣਾ ਪਹਿਲਾਂ ਵੀ ਕਿਸ ਇਨਸਾਨ ਨੂੰ ਅਸੀਂ ਵੋਟਾਂ ਪਾਉਣੀਆਂ। ਇਸ ਕਰਕੇ ਇਹ ਜੋ ਦਿਖਾਇਆ ਗਿਆ ਹੈਗਾ ਭਾਰਤ ਬੰਦ, ਭਾਰਤ ਤਾਂ ਉਦੋਂ ਤੋਂ ਹੀ ਬੰਦ ਹੈ ਜਿੱਦਣ ਸਾਡਾ ਦੇਸ਼ ਦਾ ਅੰਨਦਾਤਾ ਸੜਕਾਂ 'ਤੇ ਰੁਲ ਰਿਹਾ। ਇਹ ਤੋਂ ਉੱਤੇ ਹੋਰ ਕੀ ਹੋ ਸਕਦਾ? ਇਹ ਦੇਸ਼ ਦਾ ਦੁਖਾਂਤ ਹੈਗਾ ਕਿ ਦੇਸ਼ ਦਾ ਅੰਨਦਾਤਾ ਕਹਾਇਆ ਜਾਣ ਵਾਲਾ ਕਿਸਾਨ ਅੱਜ ਸੜਕਾਂ 'ਤੇ ਰੁਲ ਰਿਹਾ। ਸਾਰੀਆਂ ਦੀਆਂ ਸਾਰੀਆਂ ਠੰਡਾਂ ਵੀ ਇਹਨਾਂ ਨੇ ਉੱਥੇ ਸੜਕਾਂ 'ਤੇ ਹਟਾਈਆਂ ਤੰਬੂਆਂ ਦੇ ਵਿੱਚ, ਤੇ ਸਾਰਿਆਂ ਦੀਆਂ ਸਾਰੀਆਂ ਗਰਮੀਆਂ ਇਹਨਾਂ ਨੇ ਪਸੀਨਿਆਂ ਦੇ ਨਾਲ ਲੱਥਪੱਥ ਇਹਨਾਂ ਨੇ ਗਰਮੀਆਂ ਦੇ ਉੱਤੇ ਹਟਾਈਆਂ। ਮੈਂ ਸਰਕਾਰਾਂ ਨੂੰ ਅਪੀਲ ਕਰੂੰਗਾ, ਇਹ ਦੇਸ਼ ਨੂੰ, ਚੰਗੇ ਲੋਕਤੰਤਰ ਨੂੰ ਸੋਭਦਾ ਨਹੀਂਗਾ। ਇਸ ਕਰਕੇ ਸਰਕਾਰਾਂ ਨੂੰ ਚੰਗਾ ਰਵੱਈਆ ਬਣਾ ਕੇ ਕਿਸਾਨਾਂ ਨੂੰ ਹੱਸਦੇ ਖੇਡਦੇ ਵਿਦਾ ਕਰਨ, ਕਾਲੇ ਕਾਨੂੰਨ ਰੱਦ ਕੀਤੇ ਜਾਣ। ਗੁਰਪ੍ਰੀਤ ਭਾਜੀ, ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਦੇਖੋ ਜੀ, ਮੈਂ ਮੈਸੇਜ ਇਹੀ ਦੇਣਾ ਚਾਹੂੰਗਾ ਕਿ ਜੋ ਸਾਡਾ ਯੂਥ ਹੈ, ਅੱਜ ਲੋੜ ਹੈ ਸਾਡੇ ਯੂਥ ਨੂੰ ਜਾਗਣ ਦੀ, ਸਾਡੇ ਯੂਥ ਨੂੰ ਲੋੜ ਹੈ ਪੜ੍ਹੇ ਲਿਖੇ ਬਣਨ ਦੀ। ਸਮਾਜ ਦੇ ਵਿੱਚ ਅਸੀਂ ਇਹੋ ਜਿਹੇ ਆਈਡਲ ਬਣੀਏ ਕਿ ਆਉਣ ਵਾਲਾ ਵੀ ਜਿਹੜਾ ਹੋਰ 50 ਸਾਲ ਬਾਅਦ, 30 ਸਾਲ ਬਾਅਦ, 20 ਸਾਲ ਬਾਅਦ ਜੋ ਭਵਿੱਖ ਹੋਵੇ ਚੰਗਾ ਹੋਵੇ। ਕਿਉਂਕਿ ਜੋ ਸਰਕਾਰਾਂ ਪਿੱਛੇ ਸਮਿਆਂ ਦੇ ਵਿੱਚ ਬੀਤ ਰਹੀਆਂ ਨੇ, ਨਾ ਤਾਂ ਸਾਡੇ ਤੋਂ ਨਸ਼ੇ ਕੰਟਰੋਲ ਹੋਏ, ਨਾ ਸਾਨੂੰ ਇੱਕ ਚੰਗਾ ਕਲਚਰ ਨਜ਼ਰ ਆ ਰਿਹਾ ਪੰਜਾਬ ਦੇ ਵਿੱਚ। ਲੱਚਰਪੁਣੇ ਦੇ ਵਿੱਚ ਸਾਡਾ ਪੰਜਾਬ ਵੱਧਦਾ ਜਾ ਰਿਹਾ। ਬੱਚਿਆਂ ਨੂੰ ਇਹ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ, ਅਪੀਲ ਵੀ ਕਰੂੰਗਾ ਕਿ ਇੱਕ ਚੰਗਾ ਸਮਾਜ ਸਿਰਜੀਏ, ਨਸ਼ਿਆਂ ਤੋਂ ਰਹਿਤ ਹੋਈਏ, ਆਪਣੇ ਪੰਜਾਬ ਦਾ, ਸਮਾਜ ਦਾ, ਦੇਸ਼ ਦਾ ਨਾਮ ਰੋਸ਼ਨ ਕਰੀਏ, ਚੰਗੇ ਕਾਰਜ ਕਰਕੇ ਮਾਤਾ ਪਿਤਾ ਲਈ ਵੀ ਇੱਕ ਚੰਗੇ ਪੁੱਤਰ ਸਾਬਿਤ ਹੋਈਏ। ਇਹ ਸੀ ਸਰਦਾਰ ਗੁਰਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਇੱਕ ਕਮਰੇ, ਇੱਕ ਛੱਤ ਥੱਲੇ ਬਹਿ ਕੇ 5 ਤਖਤਾਂ ਦੇ ਜਿਹੜੇ ਮਾਡਲ ਬਣਾਏ ਹੈਗੇ ਨੇ। ਦੂਜੀ ਗੱਲ, 7 ਜਿਹੜੇ ਹੈਗੇ ਅਜੂਬੇ ਜਿਹੜੇ ਹੈਗੇ ਉਹਨਾਂ ਨੂੰ ਵੀ ਬਣਾਇਆ ਹੈਗਾ ਔਰ ਆਪਣੀ ਕਲਾ ਨੂੰ ਦੇਸ਼ ਦੁਨੀਆ ਤੱਕ ਪਹੁੰਚਾਇਆ ਹੈਗਾ ਆ। ਬੜਾ ਵਧੀਆ ਲੱਗਦਾ ਜਦੋਂ ਕਿਸੇ ਦੀ ਇਹੋ ਜਿਹੀ ਕਲਾ ਦੇਖੀ ਦੀ, ਜਿਹੜੀ ਹੱਥ ਦੇ ਨਾਲ ਜਿਹੜੀ ਬਣਾ ਕੇ, ਇੱਕ ਪੇਪਰ ਆਰਟਿਸਟ ਦੇ ਨਾਲ ਬਣਾ ਕੇ, ਉਹਨੂੰ ਇੰਨਾ ਪਿਆਰ ਦੁਨੀਆ ਵੱਲੋਂ ਮਿਲਦਾ ਆ। ਕਿਉਂਕਿ ਵਿਲੱਖਣ ਜੀ ਆਪਾਂ ਕਲਾ ਨੂੰ ਕਹਿ ਸਕਦੇ ਹੈਗੇ ਆ, ਕਿਉਂਕਿ ਇਹ ਨਹੀਂ ਕਲਾ ਜਿਹੜੀ ਕਲਾਕਾਰ ਬਹੁਤ ਹੀ ਘੱਟ ਜਿਹੜੇ ਪੰਜਾਬ ਦੀ ਧਰਤੀ ਦੇ ਉੱਤੇ ਜਾਂ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਦੇਖਣ ਨੂੰ ਮਿਲਦੇ ਹੈਗੇ ਨੇ। ਸਤਿ ਸ਼੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ।